ਹਾਲੇਲੂਇਆ, ਪ੍ਰੀਜ਼ ਦ ਲਾਰਡ। ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਯਿਸੂ ਦੇ ਜਿੰਦਾ ਜਲਾਲੀ ਨਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਰਕਤ ਮਿਲੇ। ਅੱਜ ਦਾ ਵਚਨ ਤੁਹਾਨੂੰ ਬਲੈਸ ਕਰੇ। ਜਿਵੇਂ ਮੈਂ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਰਹੀ ਸੀ ਔਰ ਪ੍ਰਭੂ ਦਾ ਵਚਨ ਪੜ੍ਹ ਕੇ ਜੋ ਮੇਰੇ ਮਨ ਨੂੰ ਸ਼ਾਂਤੀ ਮਿਲੀ, ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਇਸ ਵਚਨ ਨੂੰ, ਕਿਉਂਕਿ ਪਰਮੇਸ਼ਰ ਨੇ ਮੇਰੇ ਮਨ 'ਚ ਲਗਾਇਆ ਕਿ ਇਸ ਵਚਨ ਨੂੰ ਸ਼ੇਅਰ ਕੀਤਾ ਜਾਏ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਵਚਨ ਦੀ ਜ਼ਰੂਰਤ ਅੱਜ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਇੱਕ ਡਰ ਵਾਲਾ ਮਾਹੌਲ ਆ, ਹਰ ਪਾਸੇ ਇੱਕ ਅਸ਼ਾਂਤੀ ਵਾਲਾ ਮਾਹੌਲ ਆ। ਲੋਕ ਡਰੇ ਹੋਏ ਨੇ, ਸਹਿਮੇ ਹੋਏ ਨੇ। ਔਰ ਮੇਰਾ ਵਿਸ਼ਵਾਸ ਹੈ, ਅਗਰ ਤੁਸੀਂ ਇਸ ਵਚਨ ਨੂੰ ਬੜੇ ਅੱਛੇ ਮਨ ਤੋਂ ਗ੍ਰਹਿਣ ਕਰਨ ਵਾਲੇ ਇਨਸਾਨ ਹੋ ਤਾਂ ਅੱਜ ਦਾ ਵਚਨ ਤੁਹਾਨੂੰ ਸ਼ਾਂਤੀ ਦੇਗਾ, ਤੁਹਾਨੂੰ ਛੁਟਕਾਰਾ ਦੇਗਾ ਯਿਸੂ ਮਸੀਹ ਦੇ ਨਾਮ 'ਚ। ਤਾਂ ਅਸੀਂ ਬਹੁਤ ਜਲਦੀ ਦੇ ਵਿੱਚ ਅਸੀਂ ਇਸ ਵਚਨ ਨੂੰ ਪੜਾਂਗੇ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਵੀਡੀਓ ਬਹੁਤ ਲੰਬੀ ਹੋਏ। ਆਪਾਂ ਬਹੁਤ ਹੀ ਜਲਦੀ ਦੇ ਵਿੱਚ ਇਸ ਵਚਨ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਨਿਆਂਇਆਂ ਦੀ ਪੁਸਤਕ ਉਹਦੀ 6 ਔਰ 1 ਐਤ ਤੋਂ ਪੜਾਂਗੇ। 6 ਅਧਿਆਇ ਦੀ 1 ਐਤ ਤੋਂ ਪੜਾਂਗੇ। ਅਸੀਂ ਲਿਖਿਆ, ਇੱਕ ਵਾਰ ਫਿਰ ਇਸਰਾਇਲੀਆਂ ਦੇ ਲੋਕਾਂ ਨੇ, ਇਸਰਾਇਲ ਦੇ ਲੋਕ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾ ਨੇ ਮੰਦਾ ਆਖਿਆ ਸੀ। ਇਸ ਲਈ 7 ਸਾਲਾਂ ਤੱਕ ਯਹੋਵਾ ਨੇ ਮਦੀਆਨੀ ਦੇ ਲੋਕਾਂ ਨੂੰ, ਇਸਰਾਇਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਅਸੀਂ ਇਹਦੇ ਵਿੱਚ ਦੇਖਿਆ ਕਿ ਇੱਕ ਵਾਰੀ ਫੇਰ, ਯਾਨੀ ਕਿ ਇਹ ਗਲਤੀ ਇਸਰਾਇਲੀਆਂ ਦੀ ਪਹਿਲੀ ਨਹੀਂ ਸੀ, ਬਾਰ-ਬਾਰ ਗਲਤੀ ਕਰ ਰਹੇ ਸੀ ਉਹ। ਦੇਖਿਆ, ਇੱਕ ਵਾਰੀ ਫੇਰ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਉਹੀ ਮੰਦੇ ਕੰਮ ਕੀਤੇ ਜੋ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ਸੀ। ਔਰ ਲਿਖਿਆ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਫਿਰ 7 ਸਾਲਾਂ ਦੇ ਵਾਸਤੇ ਇੱਕ ਮਦੀਆਨੀ ਲੋਕ ਸੀ, ਜੋ ਕੌਮ ਸੀ, ਉਹਨਾਂ ਦੇ ਅਧਿਕਾਰ ਦੇ ਵਿੱਚ ਦੇ ਦਿੱਤਾ ਕਿ ਤੁਸੀਂ ਇਸ ਕੌਮ ਨੂੰ, ਮਤਲਬ ਇਸ ਇਸਰਾਇਲ ਕੌਮ ਨੂੰ ਆਪਣੇ ਅਧਿਕਾਰ ਦੇ ਵਿੱਚ ਲੈ ਲਓ। ਅਧਿਕਾਰ ਦੇ ਵਿੱਚ ਲੈਣ ਦਾ ਮਤਲਬ ਕਿ ਹੁਣ ਇਹਨਾਂ ਦਾ ਆਪਣੀ ਉੱਤੇ ਕੋਈ ਅਧਿਕਾਰ ਨਹੀਂ ਹੈਗਾ। ਜਿਵੇਂ ਤੁਸੀਂ ਇਹਨਾਂ ਨੂੰ ਚਲਾਓਗੇ ਇਹ ਉਵੇਂ ਚੱਲਣਗੇ। ਤਾਂ ਜਿਸ ਤਰ੍ਹਾਂ ਮਿਸਰ ਦੇ ਵਿੱਚ ਉਹ ਗੁਲਾਮੀ ਦੇ ਵਿੱਚ ਸੀ, ਉਹਨਾਂ ਨੂੰ ਬਹੁਤ ਸਾਰਾ ਦੁੱਖ, ਬਹੁਤ ਸਾਰਾ ਕਸ਼ਟ ਉਸ ਜਗ੍ਹਾ ਤੇ ਉਠਾਉਣਾ ਪਿਆ ਸੀ। ਸੇਮ ਇਸੇ ਤਰ੍ਹਾਂ ਹੀ ਮਦੀਆਨੀ ਲੋਕਾਂ ਨੇ, ਬਾਈਬਲ ਦੇ ਅੰਦਰ ਲਿਖਿਆ, ਅਗਰ ਤੁਸੀਂ 2 ਐਤ ਦੇ ਵਿੱਚ ਪੜ੍ਹੋ ਤਾਂ ਲਿਖਿਆ, ਇਸਰਾਇਲੀ ਲੋਕ ਮਦੀਆਨੀ ਲੋਕਾਂ ਤੋਂ ਇੰਨੇ ਪਰੇਸ਼ਾਨ ਹੋ ਗਏ ਸੀ ਕਿ ਉਹਨਾਂ ਨੇ ਪਹਾੜਾਂ ਦੇ ਵਿੱਚ ਜਾ ਕੇ ਛੁਪਣਾ ਸਟਾਰਟ ਕਰ ਦਿੱਤਾ ਸੀ। ਉਹ ਛੁਪ ਗਏ ਸੀ ਕਿਉਂਕਿ ਮਦੀਆਨੀ ਲੋਕਾਂ ਨੇ ਉਹਨਾਂ ਨੂੰ ਬੜੇ ਦੁੱਖ ਦੇਣੇ ਸ਼ੁਰੂ ਕਰ ਦਿੱਤੇ ਸੀ। ਉਹਨਾਂ ਦੀਆਂ ਫਸਲਾਂ ਨੂੰ ਨਾਸ਼ ਕਰ ਦਿੱਤਾ ਸੀ, ਉਹਨਾਂ ਦੇ ਪਸ਼ੂਆਂ ਨੂੰ ਖਤਮ ਕਰ ਦਿੱਤਾ ਸੀ, ਆਪਣੇ ਵਸ਼ ਦੇ ਵਿੱਚ ਲੈ ਲਿਆ ਸੀ। ਉਹਨਾਂ ਦੀ ਕੋਈ ਚੀਜ਼ ਨਹੀਂ, ਉਹਨਾਂ ਦੀ ਫਸਲ ਉੱਗਣ ਤੋਂ ਪਹਿਲਾਂ ਹੀ ਉਹਨਾਂ ਨੇ ਕੀ ਕਰ ਦਿੱਤੀ ਸੀ, ਨਾਸ਼ ਕਰ ਦਿੱਤੀ ਸੀ। ਉਹਨਾਂ ਦੇ ਅੰਦਰ ਇੱਕ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਸੀ। ਉਹ ਡਰ ਗਏ ਸੀ, ਸਹਿਮ ਗਏ ਸੀ। ਕਿਉਂਕਿ ਪਰਮੇਸ਼ਰ ਉਹਨਾਂ ਤੋਂ ਦੂਰ ਸੀ ਔਰ ਕਿਸੇ ਅੰਨੇ ਜਾਤੀ ਕੌਮ ਦੇ ਅਧੀਨ ਹੋ ਗਏ ਸੀ। ਉਹਨਾਂ ਦੇ ਅਧਿਕਾਰ ਦੇ ਹੇਠ ਹੋ ਗਏ ਸੀ। ਉਹ ਪਰਮੇਸ਼ਰ ਤੋਂ ਦੂਰ ਜਦ ਇਨਸਾਨ ਹੋਏਗਾ, ਆਪਾਂ ਇਹ ਤੋਂ ਸਿੱਖ ਸਕਦੇ ਹਾਂ ਕਿ ਜਦੋਂ ਇੱਕ ਇਨਸਾਨ ਪਰਮੇਸ਼ਰ ਤੋਂ ਦੂਰ ਹੋਏਗਾ ਤਾਂ ਡਰ ਦੇ ਮਾਹੌਲ ਦੇ ਵਿੱਚ ਜੀਏਗਾ। ਉਹ ਡਰਿਆ ਰਹੇਗਾ, ਸਹਿਮਿਆ ਰਹੇਗਾ। ਡਰ ਦਾ ਕਾਰਨ ਬਿਮਾਰੀ ਹੋਏ, ਗਰੀਬੀ ਹੋਏ, ਜਾਂ ਕੋਈ ਵੀ ਹਾਲਾਤ ਕਿਉਂ ਨਾ ਹੋਏ। ਲੇਕਿਨ ਜਦੋਂ ਹੀ ਇਨਸਾਨ ਪਰਮੇਸ਼ਰ ਤੋਂ ਦੂਰ ਹੋਏਗਾ, ਉਹ ਦੁੱਖਾਂ 'ਚ ਹੋਏਗਾ, ਡਰ 'ਚ ਹੋਏਗਾ, ਪਰੇਸ਼ਾਨੀਆਂ ਦੇ ਵਿੱਚ ਹੋਏਗਾ। ਔਰ ਜਦੋਂ ਉਹ ਇਸ ਤਰ੍ਹਾਂ ਸੀ ਤਾਂ ਉਹਨਾਂ ਨੇ ਪਰਮੇਸ਼ਵਰ ਦੇ ਅੱਗੇ ਕੀ ਦਿੱਤੀ, ਦੁਹਾਈ ਦਿੱਤੀ ਕਿ ਪਰਮੇਸ਼ਵਰ ਸਾਨੂੰ ਛੁਡਾ, ਪਰਮੇਸ਼ਵਰ ਸਾਨੂੰ ਆਜ਼ਾਦ ਕਰ, ਸਾਨੂੰ ਫਿਰ ਤੋਂ ਛੁਟਕਾਰਾ ਦੇ। ਜਿਵੇਂ ਤੂੰ ਸਾਨੂੰ ਮਿਸਰ ਦੇ ਵਿੱਚੋਂ ਆਪਣੇ ਦਾਸ ਮੂਸਾ ਨੂੰ ਭੇਜ ਕੇ ਆਜ਼ਾਦ ਕੀਤਾ ਸੀ, ਅੱਜ ਫਿਰ ਸਾਨੂੰ ਛੁਟਕਾਰਾ ਦੇ। ਤਾਂ ਬਾਈਬਲ ਦੇ ਅੰਦਰ ਲਿਖਿਆ, ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਨੂੰ ਸੁਣਿਆ। ਅਗਰ ਤੁਸੀਂ ਸਾਰਾ ਪੜ੍ਹੋਗੇ ਤਾਂ ਤੁਹਾਨੂੰ ਅੱਛੇ ਤਰੀਕੇ ਦੇ ਨਾਲ ਸਮਝ ਆਏਗੀ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਫਿਰ ਤੋਂ ਛੁਡਾਉਣ ਦੇ ਵਾਸਤੇ ਇੱਕ ਇਨਸਾਨ ਦੀ ਚੋਣ ਕੀਤੀ ਜਿਹਦਾ ਨਾਮ ਸੀ ਗਿਦੌਨ। ਔਰ ਪਰਮੇਸ਼ਵਰ ਨੇ ਆਪਣੇ ਦੂਤ ਨੂੰ ਗਿਦੌਨ ਦੇ ਕੋਲ ਭੇਜਿਆ। ਤਾਂ ਪਰਮੇਸ਼ਵਰ ਦੇ ਦੂਤ ਨੇ ਗਿਦੌਨ ਨੂੰ ਕਿਹਾ, ਅਸੀਂ ਇਸੇ ਦੀ 6 ਦੀ 12 ਦੇ ਵਿੱਚ ਪੜਾਂਗੇ। ਲਿਖਿਆ, ਯਹੋਵਾ ਦਾ ਦੂਤ ਗਿਦੌਨ ਦੇ ਸਾਹਮਣੇ ਪ੍ਰਗਟ ਹੋ ਗਿਆ ਅਤੇ ਉਸਨੂੰ ਆਖਿਆ, ਮਹਾਨ ਸਿਪਾਹੀ, ਯਹੋਵਾ ਤੇਰੇ ਅੰਗ ਸੰਗ ਹੋਵੇ। ਮਤਲਬ
ਪਰਮੇਸ਼ਵਰ ਦਾ ਦੂਤ ਉਸ ਇਨਸਾਨ ਦੇ ਕੋਲ ਗਿਆ ਜਿਹਦਾ ਨਾਮ ਗਿਦੌਨ ਸੀ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਛਡਾਉਣ ਦੇ ਵਾਸਤੇ ਉਸ ਇਨਸਾਨ ਦੀ ਚੋਣ ਕੀਤੀ ਔਰ ਉਹਨੂੰ ਕਿਹਾ ਮਹਾਨ ਸਿਪਾਹੀ। ਲੇਕਿਨ ਉਹ ਇਨਸਾਨ ਮਹਾਨ ਸਿਪਾਹੀ ਨਹੀਂ ਸੀ, ਉਹ ਇੱਕ ਕਮਜ਼ੋਰ ਜਿਹਾ ਇਨਸਾਨ ਸੀ। ਲੇਕਿਨ ਪਰਮੇਸ਼ਵਰ ਦਾ ਦੂਤ ਉਹਨੂੰ ਕੀ ਬੋਲ ਰਿਹਾ? ਮਹਾਨ ਸਿਪਾਹੀ, ਪਰਮੇਸ਼ਵਰ ਤੇਰੇ ਅੰਗ ਸੰਗ ਹੈ। ਕਿਉਂਕਿ ਜਦੋਂ ਪਰਮੇਸ਼ਵਰ ਅੰਗ ਸੰਗ ਹੋ ਗਿਆ, ਪਰਮੇਸ਼ਵਰ ਉਹਦੇ ਨਾਲ ਹੋ ਗਿਆ, ਤਾਂ ਹੁਣ ਉਹ ਕਮਜ਼ੋਰ ਨਹੀਂ ਆ। ਹੁਣ ਉਹ ਕਿਸੇ ਗਰੀਬ ਫੈਮਿਲੀ ਦੇ ਵਿੱਚੋਂ ਨਹੀਂ ਆ, ਉਹ ਇਸ ਤੁਸ਼ ਇਨਸਾਨ ਨਹੀਂ ਆ, ਉਹ ਹੁਣ ਬਲੈਸ ਇਨਸਾਨ ਬਣ ਚੁੱਕਿਆ ਹੈ। ਜਦੋਂ ਪਰਮੇਸ਼ਵਰ ਇੱਕ ਇਨਸਾਨ ਦੇ ਨਾਲ ਖੜ ਜਾਂਦਾ ਹੈ, ਜਦੋਂ ਪਰਮੇਸ਼ਵਰ ਇੱਕ ਇਨਸਾਨ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਅੰਗ ਸੰਗ ਆ, ਤਾਂ ਹੁਣ ਉਹ ਇੱਕ ਇਨਸਾਨ ਜਿਹੜਾ ਹੈ ਉਹ ਇੱਕ ਗਰੀਬ ਨਹੀਂ ਆ, ਉਹ ਇੱਕ ਬਿਮਾਰ ਨਹੀਂ ਆ, ਉਹ ਇੱਕ ਤੁਸ਼ ਨਹੀਂ ਆ, ਉਹ ਲਾਚਾਰ ਨਹੀਂ ਆ, ਉਹ ਇੱਕ ਮਹਾਨ ਆ। ਜਿਵੇਂ ਪਰਮੇਸ਼ਵਰ ਦੇ ਦੂਤ ਨੇ ਕਿਹਾ ਮਹਾਨ ਸਿਪਾਹੀ, तो इंसान हुण एक महान इंसान बन चुकिया परमेश्वर की नज़र दे विच। तो गिदौन ने अगे उहनूं की बोलिया? फिर गिदौन ने आख्या, श्रीमान जी मैं सौं खांदा हाँ, जे यहोवा साडे नाल है तां असीं इन्नियां मुसीबतां विच क्यों पए हाँ। असीं सुनिया कि उसने साडे पुरखियां वास्ते अद्भुत करिश्मे कीते हन। साडे पुरखियां ने सानूं दस्सिया कि यहोवा उन्हां नूं मिस्र तो बाहर लैके आया सी, पर यहोवा सानूं छड्ड गया। उसने मदियानियां नूं सानूं हराउण दी इजाजत दे दित्ती है। कहंदा जे यहोवा साडे नाल आ तां फिर ये मदियानी लोग साडे उत्ते क्यों अत्याचार कर रहे ने, वो क्यों सानूं मार रहे ने। अज साडा भी सवाल हो सकदा है कि अगर परमेश्वर साडे नाल आ, अगर परमेश्वर ने कहा है कि मैं तुहाडे नाल आ, तो फिर वो शैतान, वो साडा विरोधी, वो साडा दुश्मन साडे उत्ते अटैक क्यों करदा है, वो सानूं परेशान क्यों करदा है, वो सानूं क्यों बीमारियां दे रहा है, क्यों सानू गरीबी च मरना पै रहा है, क्यों अज असीं दुखी हाँ, परेशान हाँ, क्यों अज असीं डरे हुए हाँ। ये साडा भी सवाल हो सकता है, जिवें गिदौन ने सवाल किया परमेश्वर नूं कि परमेश्वर जे तू साडे संग वा ते फिर ये सारियां दुखां परेशानियां दा की मतलब आ। लेकिन वो नहीं जानता सी कि वो खुद वो परमेश्वर ने तो उन्हां नूं कहा है कि मैं तुहाडे नाल हाँ, लेकिन वो परमेश्वर दे नाल नहीं सी। जिन्हां लोकां नूं छुडाउण दी परमेश्वर गल कर रहा सी, जिहड़े लोग मुसीबतां दे विच सी, परेशानियां दे विच सी, बाइबल दसदी उन्हां ने परमेश्वर दे विरुद्ध पाप कीता। उन्हां ने फिर उही गल्लां कीतियां जो परमेश्वर कहंदा है ना करो। जिवें अज परमेश्वर सानूं कहंदे ने कि तुसीं मेरे वचन नूं सुनो, ਉਹਦੇ ਉੱਤੇ ਚੱਲੋ, ਤਾਂ ਅਸੀਂ ਸੁਣਦੇ ਹਾਂ ਲੇਕਿਨ ਚੱਲਦੇ ਨਹੀਂ ਆ ਕਿਸੇ ਵੇਲੇ। ਜਿਵੇਂ ਪਰਮੇਸ਼ਵਰ ਨੇ ਕਿਹਾ ਹੈ ਕਿ ਤੂੰ ਹੀ ਮੈਂ ਤੁਹਾਡੇ ਨਾਲ ਹਾਂ, ਮਤ ਡਰ, ਮੈਂ ਤੇਰੇ ਅੰਗ ਸੰਗ ਹਾਂ, ਲੇਕਿਨ ਅਸੀਂ ਸੁਣਿਆ ਲੇਕਿਨ ਡਰ ਰਹੇ ਹਾਂ ਅਸੀਂ। ਜਿਵੇਂ ਪਰਮੇਸ਼ਵਰ ਨੇ ਕਿਹਾ ਹੈ ਕਿ ਮੈਂ ਤੈਨੂੰ ਛੱਡਾਂਗਾ ਨਹੀਂ, ਮੈਂ ਤੈਨੂੰ ਤਿਆਗਾਂਗਾ ਨਹੀਂ, ਲੇਕਿਨ ਅਸੀਂ ਛੋਟੀ ਛੋਟੀ ਮੁਸੀਬਤ ਤੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ। ਜਿਵੇਂ ਪਰਮੇਸ਼ਵਰ ਨੇ ਕਿਹਾ ਵਿਚਾਰ ਨਾ ਕਰੋ, ਅਸੀਂ ਵਿਚਾਰ ਦੇ ਵਿੱਚ ਹੋ ਸਕਦੇ ਹਾਂ। ਜਿਵੇਂ ਪਰਮੇਸ਼ਵਰ ਨੇ ਕਿਹਾ ਇੱਕ ਦੂਜੇ ਦੀ ਨਾਲ ਵੈਰ ਵਿਰੋਧ ਨਾ ਕਰੋ, ਅਸੀਂ ਵੈਰ ਵਿਰੋਧ 'ਚ ਹੋ ਸਕਦੇ ਹਾਂ। ਜਿਵੇਂ ਪਰਮੇਸ਼ਵਰ ਨੇ ਕਿਹਾ ਤੁਸੀਂ ਚੁਗਲੀ ਨਿੰਦਿਆ ਨਾ ਕਰੋ, ਅਸੀਂ ਚੁਗਲੀ ਨਿੰਦਿਆ 'ਚ ਹੋ ਸਕਦੇ ਹਾਂ। ਜਿਵੇਂ ਪਰਮੇਸ਼ਵਰ ਨੇ ਕਿਹਾ ਤੁਸੀਂ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ, ਹੋ ਸਕਦਾ ਅਸੀਂ ਅੱਜ ਉਹਨਾਂ ਨੂੰ ਨਫ਼ਰਤ ਕਰ ਰਹੇ ਹੋਈਏ। ਜਿਵੇਂ ਪਰਮੇਸ਼ਵਰ ਨੇ ਕਿਹਾ ਹੈ ਕਿ ਤੁਸੀਂ ਪ੍ਰਾਰਥਨਾ ਕਰੋ, ਹੋ ਸਕਦਾ ਅਸੀਂ ਪ੍ਰਾਰਥਨਾ ਨਾ ਕਰਦੇ ਹੋਈਏ। ਅੱਜ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਪਰਮੇਸ਼ਵਰ ਨੇ ਇਸਰਾਈਲੀਆਂ ਨੂੰ ਕਿਹਾ ਸੀ ਤੁਸੀਂ ਆਹ ਕਰਨਾ ਹੈ, ਤੁਸੀਂ ਆਹ ਨਹੀਂ ਕਰਨਾ। ਇਸੇ ਤਰ੍ਹਾਂ ਹੀ ਪਰਮੇਸ਼ਵਰ ਨੇ ਅੱਜ ਆਪਣੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਹ ਕਰਨਾ ਹੈ, ਤੁਸੀਂ ਆਹ ਨਹੀਂ ਕਰਨਾ। ਲੇਕਿਨ ਅੱਜ ਲੋਕ, ਉਹ ਇਸਰਾਈਲੀ ਲੋਕ ਕੀ ਕਰਦੇ ਸੀ, ਜੋ ਉਹਨਾਂ ਨੂੰ ਚੰਗਾ ਲੱਗਦਾ ਸੀ ਉਹ ਕਰਦੇ ਸੀ। ਜੋ ਪਰਮੇਸ਼ਵਰ ਨੇ ਕਿਹਾ ਹੈ ਉਹਦੇ ਨਾਲ ਕੋਈ ਮਤਲਬ ਨਹੀਂ। ਅਗਰ ਅੱਜ ਵੀ ਇਨਸਾਨ ਜੋ ਉਹਨੂੰ ਚੰਗਾ ਲੱਗਦਾ ਹੈ ਉਹ ਕਰ ਰਿਹਾ, ਜੋ ਪਰਮੇਸ਼ਵਰ ਕਹਿ ਰਿਹਾ ਉਹ ਨਹੀਂ ਕਰ ਰਿਹਾ, ਤਾਂ ਇਹਦਾ ਮਤਲਬ ਇਹ ਆ ਕਿ ਪਰਮੇਸ਼ਵਰ ਉਸ ਇਨਸਾਨ ਦੇ ਨਾਲ ਨਹੀਂ ਆ। ਤਾਂ ਪਰਮੇਸ਼ਵਰ ਨੇ ਉਸ ਗਿਦੌਨ ਨੂੰ ਬੋਲਿਆ ਕਿ ਯਹੋਵਾ ਗਿਦੌਨ ਵੱਲ ਮੁੜਿਆ ਤੇ ਆਖਿਆ ਆਪਣੀ ਤਾਕਤ ਦੀ ਵਰਤੋਂ ਕਰੋ, ਜਾਓ ਇਸਰਾਇਲ ਦੇ ਲੋਕਾਂ ਨੂੰ ਮਦੀਆਨ ਦੇ ਲੋਕਾਂ ਤੋਂ ਬਚਾਓ, ਮੈਂ ਤੁਹਾਨੂੰ ਉਹਨਾਂ ਨੂੰ ਬਚਾਉਣ ਲਈ ਭੇਜ ਰਿਹਾ। ਪਰਮੇਸ਼ਵਰ ਨੇ ਕਿਹਾ ਬੇਸ਼ੱਕ ਉਹ ਮੇਰੇ ਤੋਂ ਦੂਰ ਨੇ ਅੱਜ, ਬੇਸ਼ੱਕ ਉਹਨਾਂ ਨੇ ਫਿਰ ਤੋਂ ਮੇਰੇ ਵਿਰੁੱਧ ਪਾਪ ਕੀਤਾ ਹੈ, ਪਰ ਮੈਂ ਫਿਰ ਉਹਨਾਂ ਨੂੰ ਛੁਡਾਵਾਂਗਾ, ਮੈਂ ਫਿਰ ਉਹਨਾਂ ਦੇ ਲਈ ਖੜਾ ਹੁੰਦਾ ਹਾਂ, ਮੈਂ ਫਿਰ ਉਹਨਾਂ ਨੂੰ ਛੁਡਾਉਣ ਦੇ ਲਈ ਆਪਣੀ ਤਾਕਤ ਨੂੰ ਇਸਤੇਮਾਲ ਕਰਾਂਗਾ ਤੁਹਾਡੇ ਦੁਆਰਾ। ਪਰਮੇਸ਼ਵਰ ਨੇ ਕਿਹਾ ਹੈ, ਪਰਮੇਸ਼ਵਰ ਦੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਬੇਸ਼ੱਕ ਤੁਸੀਂ ਇਸ ਵਚਨ ਨੂੰ ਸੁਣਨ ਤੋਂ ਪਹਿਲਾਂ ਪਰਮੇਸ਼ਵਰ ਦੇ ਵਿਰੁੱਧ 'ਚ ਹੋ, ਪਾਪ 'ਚ ਹੋ, ਕਿਸੇ ਵੀ ਤਰ੍ਹਾਂ ਦੇ ਪਰਮੇਸ਼ਵਰ ਦੇ ਵਚਨ ਤੋਂ ਬਾਹਰ ਹੋ,
ਅਗਰ ਤੁਸੀਂ ਅੱਜ ਇਸ ਵਚਨ ਨੂੰ ਸੁਣਨ ਤੋਂ ਬਾਅਦ ਫਿਰ ਤੋਂ ਪਰਮੇਸ਼ਰ ਦੇ ਵਚਨ ਚ ਆਉਂਦੇ ਹੋ, ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰਦੇ ਹੋ, ਤਾਂ ਪਰਮੇਸ਼ਰ ਕਹਿੰਦਾ ਮੈਂ ਫਿਰ ਤੋਂ ਤੁਹਾਨੂੰ ਬਚਾਉਣ ਦੇ ਲਈ ਆਪਣੇ ਲੋਕਾਂ ਨੂੰ ਖੜਾ ਕਰਾਂਗਾ। ਪਰਮੇਸ਼ਰ ਤੁਹਾਨੂੰ ਛੁਡਾਉਣ ਦੇ ਲਈ ਫਿਰ ਤੋਂ ਆਪਣੇ ਲੋਕਾਂ ਨੂੰ ਖੜਾ ਕਰੇਗਾ। ਜਿਵੇਂ ਇਸਰਾਏਲੀਆਂ ਨੇ ਪਾਪ ਕੀਤਾ, ਦੁਹਾਈ ਦਿੱਤੀ, ਪ੍ਰਭੂ ਸਾਨੂੰ ਛੁਡਾ। ਹੋ ਸਕਦਾ ਤੁਸੀਂ ਬਿਮਾਰੀ 'ਚ ਹੋ, ਗਰੀਬੀ 'ਚ ਹੋ, ਪਰੇਸ਼ਾਨੀ 'ਚ ਹੋ, ਅੱਜ ਕਿਸੇ ਹਾਲਾਤ ਦੇ ਵਿੱਚ ਹੋ, ਔਰ ਤੁਸੀਂ ਪਿਛਲੇ ਦਿਨਾਂ ਤੋਂ ਦੁਹਾਈ ਦੇ ਰਹੇ ਹੋ ਕਿ ਪ੍ਰਭੂ ਮੈਨੂੰ ਛੁਡਾ, ਪ੍ਰਭੂ ਮੈਨੂੰ ਛੁਡਾ। ਔਰ ਅੱਜ ਪ੍ਰਭੂ ਤੁਹਾਨੂੰ ਮੈਸੇਜ ਦੇ ਰਿਹਾ ਹੈ ਕਿ ਅਗਰ ਤੁਸੀਂ ਤੌਬਾ ਕਰਦੇ ਹੋ, ਉਸ ਇਸਰਾਏਲੀਆਂ ਦੀ ਤਰ੍ਹਾਂ ਫਿਰ ਤੋਂ ਪਾਪ ਛੱਡਦੇ ਹੋ ਔਰ ਫਿਰ ਤੋਂ ਤੁਸੀਂ ਮੇਰੇ ਵੱਲ ਪਰਤਦੇ ਹੋ, ਤਾਂ ਮੈਂ ਆਪਣੇ ਲੋਕਾਂ ਨੂੰ ਖੜਾ ਕਰਾਂਗਾ ਤੁਹਾਨੂੰ ਛੁਡਾਉਣ ਦੇ ਵਾਸਤੇ। ਮੈਂ ਆਪਣੀ ਤਾਕਤ ਦਾ ਇਸਤੇਮਾਲ ਕਰਾਂਗਾ ਤੁਹਾਨੂੰ ਛੁਡਾਉਣ ਦੇ ਵਾਸਤੇ। ਅੱਗੇ ਗਿਦੌਨ ਉਹ ਕਮਜ਼ੋਰ ਜਿਹਾ ਇਨਸਾਨ ਕੀ ਕਹਿੰਦਾ ਹੈ, ਕਹਿੰਦਾ ਪਰ ਗਿਦੌਨ ਨੇ ਜਵਾਬ ਦਿੱਤਾ ਤੇ ਆਖਿਆ, ਮੈਨੂੰ ਮਾਫ ਕਰਨਾ ਸ਼੍ਰੀਮਾਨ ਜੀ, ਮੈਂ ਇਸਰਾਇਲ ਨੂੰ ਕਿਵੇਂ ਬਚਾ ਸਕਦਾ ਹਾਂ? ਮੇਰਾ ਪਰਿਵਾਰ ਤਾਂ ਮਨੁੱਖੇ ਦੇ ਪਰਿਵਾਰ ਸਮੂਹ ਵਿੱਚੋਂ ਸਭ ਤੋਂ ਕਮਜ਼ੋਰ ਹੈ ਅਤੇ ਮੈਂ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟਾ ਹਾਂ। ਉਹ ਕੀ ਕਹਿ ਰਿਹਾ, ਕਹਿੰਦਾ ਪਰਮੇਸ਼ਰ ਮੈਂ ਕਿੱਦਾਂ ਛੁਡਾ ਸਕਦਾ ਉਹਨਾਂ ਨੂੰ? ਮੈਂ ਤਾਂ ਆਪਣੇ ਪੂਰੇ ਮੁਹੱਲੇ ਦੇ ਵਿੱਚੋਂ, ਆਪਣੇ ਪਰਿਵਾਰ ਦੇ ਵਿੱਚੋਂ ਮੈਂ ਤਾਂ ਛੋਟਾ ਜਿਹਾ ਵਾਂ, ਤੁੱਛ ਹਾਂ, ਮੈਂ ਕਮਜ਼ੋਰ ਹਾਂ, ਮੈਨੂੰ ਲੋਕੀ ਕੁਝ ਨਹੀਂ ਸਮਝਦੇ, ਮੈਂ ਕਿੱਦਾਂ ਉਹਨਾਂ ਨੂੰ ਛੁਡਾ ਸਕਦਾ ਹਾਂ? ਇੰਨੀ ਤਾਕਤ ਮੇਰੇ ਵਿੱਚ ਨਹੀਂ ਹੈਗੀ ਯਹੋਵਾ। ਤੇ ਯਹੋਵਾ ਨੇ ਗਿਦੌਨ ਨੂੰ ਜਵਾਬ ਦਿੱਤਾ ਤੇ ਆਖਿਆ, ਮੈਂ ਤੇਰੇ ਨਾਲ ਹਾਂ, ਇਸ ਲਈ ਤੂੰ ਮਦੀਆਨੀ ਦੇ ਲੋਕਾਂ ਨੂੰ ਹਰਾ ਸਕਦਾ ਹੈ। ਇਉਂ ਲੱਗੇਗਾ ਜਿਵੇਂ ਤੂੰ ਸਿਰਫ ਇੱਕ ਬੰਦੇ ਨਾਲ ਲੜ ਰਿਹਾ ਹੋਵੇਂ। ਅਸੀਂ ਫਿਰ ਤੋਂ ਸੁਣਾਂਗੇ, ਯਹੋਵਾ ਪਰਮੇਸ਼ਵਰ ਗਿਦੌਨ ਨੂੰ ਕਹਿ ਰਹੇ ਨੇ, ਤੂੰ ਜਦੋਂ ਉਹਨਾਂ ਦੇ ਨਾਲ ਲੜੇਂਗਾ ਤੇ ਤੈਨੂੰ ਇਉਂ ਲੱਗੇਗਾ ਜਿਵੇਂ ਤੂੰ ਸਿਰਫ ਇੱਕ ਬੰਦੇ ਦੇ ਨਾਲ ਲੜ ਰਿਹਾ ਹੋਵੇਂ। ਇਟ ਇਜ਼ ਵੈਰੀ ਇੰਟਰਸਟਿੰਗ। ਅਗਰ ਤੁਸੀਂ ਇਹਨੂੰ ਸਮਝੋ ਧਿਆਨ ਦੇ ਨਾਲ, ਪਰਮੇਸ਼ਰ ਕਹਿ ਰਿਹਾ ਕਿ ਅਗਰ ਮੈਂ ਤੁਹਾਡੇ ਨਾਲ ਹਾਂ, ਮੈਂ ਤੇਰੇ ਨਾਲ ਹਾਂ, ਤਾਂ ਤੂੰ ਆਪਣੇ ਵਿਰੋਧੀ ਦੇ ਨਾਲ, ਆਪਣੇ ਦੁਸ਼ਮਣ ਦੇ ਨਾਲ ਜਦੋਂ ਲੜੇਂਗਾ ਤੇ ਤੂੰ ਬੜੀ ਆਸਾਨੀ ਦੇ ਨਾਲ ਲੜੇਂਗਾ ਔਰ ਜਿੱਤੇਂਗਾ। ਪਰਮੇਸ਼ਰ ਕਹਿ ਰਹੇ ਤੂੰ ਉਹਨਾਂ ਦੇ ਨਾਲ, ਉਸ ਸੈਨਾ ਦੇ ਨਾਲ ਜਦੋਂ ਤੂੰ ਲੜੇਂਗਾ ਤੇ ਤੈਨੂੰ ਇਸ ਤਰ੍ਹਾਂ ਲੱਗੇਗਾ ਕਿ ਤੂੰ ਕਿਸੇ ਇੱਕੋ ਹੀ ਇਨਸਾਨ ਦੇ ਨਾਲ ਲੜ ਰਿਹਾ ਹੈ। ਅਗਰ ਤੁਹਾਨੂੰ ਅੱਜ ਦੀ ਇਸ ਵਰਡ ਦੀ ਸਮਝ ਆ ਚੁੱਕੀ ਆ, ਤਾਂ ਐਸੇ ਵੇਲੇ ਪਰਮੇਸ਼ਰ ਤੁਹਾਨੂੰ ਤਾਕਤ ਦੇਗਾ। ਬੇਸ਼ੱਕ ਤੁਹਾਡੇ ਨਾਲ ਕੋਈ ਖੜਾ ਹੈ, ਅੱਜ ਨਹੀਂ ਹੈ, ਕੋਈ ਇਨਸਾਨ ਹੈ ਨਹੀਂ ਹੈ, ਕੋਈ ਫੈਮਿਲੀ ਮੈਂਬਰ ਹੈ ਜਾਂ ਨਹੀਂ ਹੈ, ਰਿਸ਼ਤੇਦਾਰ ਹੈ ਜਾਂ ਨਹੀਂ ਹੈ, ਤੁਹਾਡੇ ਮੁਹੱਲੇ ਵਿੱਚੋਂ ਕੋਈ ਤੁਹਾਡੀ ਸਪੋਰਟ ਕਰ ਰਿਹਾ ਜਾਂ ਨਹੀਂ ਕਰ ਰਿਹਾ। ਪਰਮੇਸ਼ਰ ਕਹਿੰਦੇ ਅੱਜ ਹੋ ਸਕਦਾ ਤੁਹਾਡੀ ਸਪੋਰਟ ਕੋਈ ਨਹੀਂ ਕਰ ਰਿਹਾ, ਲੇਕਿਨ ਜਦੋਂ ਮੈਂ ਇਨਸਾਨ ਨੂੰ ਖੜਾ ਕਰਾਂਗਾ ਤਾਂ ਉਹਦੇ ਵਿੱਚੋਂ ਦੀ ਮੈਂ ਤੁਹਾਡੀ ਸਪੋਰਟ ਕਰਾਂਗਾ, ਮੈਂ ਲੜਾਂਗਾ, ਤੁਸੀਂ ਜਿੱਤੋਗੇ। ਔਰ ਤਾਂ ਯਹੋਵਾ ਨੇ ਗਿਦੌਨ ਨੂੰ ਆਖਿਆ, ਮੈਂ ਮਿਦਿਆਨੀ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੇ ਆਦਮੀਆਂ ਦੀ ਮਦਦ ਕਰਨ ਜਾ ਰਿਹਾ ਹਾਂ। ਤੋ ਪਰਮੇਸ਼ਵਰ ਨੇ ਗਿਦੌਨ ਨੂੰ, ਅਸੀਂ ਹੁਣ ਧਿਆਨ ਨਾਲ ਸੁਣਾਂਗੇ, ਅਸੀਂ ਵਚਨ ਨਹੀਂ ਪੜਾਂਗੇ। ਪਰਮੇਸ਼ਵਰ ਨੇ ਗਿਦੌਨ ਨੂੰ ਬੋਲਿਆ ਕਿ ਹੁਣ ਤੂੰ ਇੱਕ ਕੌਮ ਨੂੰ, ਇੱਕ ਸੈਨਾ ਨੂੰ ਖੜੀ ਕਰ, ਆਪਣੇ ਲੋਕ ਖੜੇ ਕਰ, ਤਾਂ ਉਹਨਾਂ ਲੋਕਾਂ ਦੇ ਵਿੱਚੋਂ ਦੀ ਮੈਂ ਲੜਾਂਗਾ। ਪਰਮੇਸ਼ਵਰ ਕਹਿ ਰਹੇ ਮੈਂ ਲੜਾਂਗਾ, ਉਹ ਨਹੀਂ ਲੜਨਗੇ, ਮੈਂ ਲੜਾਂਗਾ। ਤੋ ਗਿਦੌਨ ਨੇ ਕੁਛ ਲੋਕ ਖੜੇ ਕੀਤੇ ਜਿਨ੍ਹਾਂ ਦੀ ਗਿਣਤੀ ਸੀ 35,000 ਲੋਕ। ਲੇਕਿਨ ਉਹ ਜਿਹੜੇ ਵਿਰੋਧੀ ਸੀ, ਜਿਹੜੇ ਮਿਦਿਆਨੀ ਲੋਕ ਸੀ, ਜਿਹੜੀ ਸੈਨਾ ਸੀ, ਉਹ ਕਿੰਨੀ ਸੀ? ਪਹਿਲਾਂ ਤਾਂ ਉਹਨਾਂ ਨੂੰ ਦੁੱਖ ਦਿੰਦੇ ਸੀ, ਉਹਨਾਂ ਨੂੰ ਕਸ਼ਟ ਦਿੰਦੇ ਸੀ, ਉਹਨਾਂ ਦੀਆਂ ਫਸਲਾਂ ਨੂੰ ਖਰਾਬ ਕਰਦੇ ਸੀ। ਹੁਣ ਉਹਨਾਂ ਦੇ ਨਾਲ ਲੜ ਕੇ ਉਹਨਾਂ ਦੇ ਉੱਤੇ ਇੱਕ ਵੱਡੀ ਜਿੱਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਸੀ, ਜਦੋਂ ਯਹੋਵਾ ਪਰਮੇਸ਼ਰ ਉਹਨਾਂ ਦੇ ਲਈ ਖੜਾ ਹੋ ਗਿਆ। ਔਰ ਪਰਮੇਸ਼ਰ ਨੇ ਕਿਹਾ ਤੂੰ ਲੋਕਾਂ ਨੂੰ ਖੜੀ ਕਰ, ਆਪਣੇ ਨਾਲ ਇੱਕ ਸੈਨਾ ਨੂੰ ਖੜਾ ਕਰ। ਤਾਂ ਉਹਨੇ 35,000 ਲੋਕ ਖੜੇ ਕੀਤੇ। ਤਾਂ ਜਿਹੜੇ ਵਿਰੋਧੀ ਸੀ ਉਹ ਕਿੰਨੇ ਸੀ? 1,35,000 ਸੀ। ਗਿਦੌਨ ਦੇ ਵੱਲ 32,000 ਲੋਕ ਸੀ, ਲੇਕਿਨ ਸੈਨਾ ਦੇ ਵੱਲ ਜਿਹੜੇ ਦੂਸਰੇ ਸੀ ਉਹਨਾਂ ਦੇ ਨਾਲ 1,35,000 ਸੀ। ਤੇ ਪਰਮੇਸ਼ਰ ਨੇ ਕਿਹਾ ਸੀ ਮੈਂ ਲੜਾਂਗਾ। ਹੁਣ ਗਿਦੌਨ ਇੱਥੇ ਡਰ ਸਕਦਾ ਸੀ, ਉਹ ਕਹਿ ਸਕਦਾ ਸੀ ਕਿ ਪਰਮੇਸ਼ਰ ਉਧਰ ਤਾਂ 1,35,000 ਆ, ਲੇਕਿਨ ਮੇਰੇ ਵੱਲ ਤਾਂ ਸਿਰਫ 32,000 ਨੇ, ਤਾਂ ਮੈਂ ਕਿਸ ਤਰ੍ਹਾਂ ਲੜ ਸਕਦਾ ਹਾਂ ਉਹਨਾਂ ਦੇ ਨਾਲ? ਤਾਂ ਪਰਮੇਸ਼ਰ ਨੇ ਕੀ ਕਿਹਾ ਉਹਨੂੰ? ਪਰਮੇਸ਼ਰ ਨੇ ਕਿਹਾ ਤੂੰ ਨਹੀਂ ਲੜੇਂਗਾ, ਮੈਂ ਲੜਾਂਗਾ। ਅੱਜ ਵੀ
ਪਰਮੇਸ਼ਵਰ ਸਾਨੂੰ ਕਹਿੰਦਾ ਹੈ। ਜਿੰਨੇ ਵੀ ਲੋਕ ਇਸ ਵਚਨ ਨੂੰ ਸੁਣ ਰਹੇ ਨੇ, ਪਰਮੇਸ਼ਵਰ ਨੇ ਇੱਕ ਇੱਕ ਜਾਣੇ ਦੇ ਨਾਲ ਵਾਅਦਾ ਕੀਤਾ ਹੈ ਕਿ ਅਗਰ ਤੂੰ ਮੇਰੇ ਨਾਲ ਖੜਾ ਹੈ ਤਾਂ ਇਹ ਲੜਾਈ ਤੇਰੀ ਨਹੀਂ ਆ, ਇਹ ਲੜਾਈ ਮੇਰੀ ਆ। ਮੈਂ ਲੜਾਂਗਾ, ਤੂੰ ਨਹੀਂ ਲੜੇਂਗਾ, ਮੈਂ ਲੜਾਂਗਾ। ਅਸੀਂ ਦੇਖ ਸਕਦੇ ਹਾਂ ਕਿ ਗਿਦੌਨ ਨੇ ਕਿੰਨਾ ਵਿਸ਼ਵਾਸ ਕੀਤਾ ਹੋਏਗਾ ਪਰਮੇਸ਼ਵਰ ਦੇ ਇਸ ਵਰਡ ਦੇ ਉੱਪਰ, ਕਿ ਗਿਦੌਨ ਖੜਾ ਰਿਹਾ। ਔਰ ਪਰਮੇਸ਼ਵਰ ਨੇ ਅੱਗੇ ਕੀ ਬੋਲਿਆ, ਅਸੀਂ ਉਸੇ ਵਚਨ ਦੇ ਅੱਗੇ ਪੜਾਂਗੇ ਤਾਂ ਉਹਦੇ ਵਿੱਚ ਤੁਸੀਂ ਪੜ੍ਹਦੇ ਜਾਓਗੇ ਤਾਂ ਤੁਸੀਂ ਪੜੋਗੇ ਕਿ ਲਿਖਿਆ ਅੱਗੇ ਕਿ ਪਰਮੇਸ਼ਵਰ ਉਹਨੂੰ ਕਹਿ ਰਿਹਾ ਹੈ ਕਿ ਇਹ ਲੋਕ ਜ਼ਿਆਦੇ ਨੇ, ਜਿਹੜੇ ਲੋਕ ਤੂੰ ਇਕੱਠਾ ਕੀਤੇ ਨੇ ਜ਼ਿਆਦੇ ਨੇ। ਔਰ ਅਸੀਂ ਸੋਚ ਸਕਦੇ ਗਿਦੌਨ ਕਹਿ ਸਕਦਾ ਸੀ ਪਰਮੇਸ਼ਵਰ ਨਹੀਂ, ਇਹ ਤਾਂ 32,000 ਨੇ, ਉਧਰ ਤਾਂ 1,35,000 ਨੇ, ਤੁਸੀਂ ਇੱਧਰ ਵਾਲੇ ਲੋਕਾਂ ਨੂੰ ਜ਼ਿਆਦਾ ਕਹਿ ਰਹੇ ਹੋ। ਪਰਮੇਸ਼ਵਰ ਨੇ ਗਿਦੌਨ ਨੂੰ ਕਿਹਾ ਕਿ ਅਗਰ ਇਹ 35,000 ਲੋਕ ਤੇਰੇ ਨਾਲ ਖੜੇ ਰਹੇ, ਕੱਲ ਨੂੰ ਤੁਸੀਂ ਲੜਨ ਜਾਓਗੇ, ਲੜਾਈ ਲੜਾਂਗਾ ਤਾਂ ਮੈਂ ਉਸ ਜਗ੍ਹਾ ਤੇ, ਔਰ ਜਿੱਤੋਗੇ ਤੁਸੀਂ। ਲੇਕਿਨ ਇਹ ਲੋਕ ਆਪਣੇ ਅੰਦਰ ਇੱਕ ਘਮੰਡ ਪੈਦਾ ਕਰਨਗੇ, ਕਹਿਣਗੇ ਕਿ ਸ਼ਾਇਦ ਅਸੀਂ ਆਪਣੀ ਤਾਕਤ ਦੇ ਨਾਲ ਜਿੱਤ ਕੇ ਆਏ ਹਾਂ। ਤਾਂ ਪ੍ਰਭੂ ਨੇ ਗਿਦੌਨ ਨੂੰ ਕੀ ਬੋਲਿਆ ਕਿ ਤੂੰ ਇਸ ਤਰ੍ਹਾਂ ਕਰ, ਇਹਨਾਂ ਲੋਕਾਂ ਦੇ ਵਿੱਚੋਂ ਤੂੰ ਇਹਨਾਂ ਨੂੰ ਬੋਲ ਸਾਰਿਆਂ ਨੂੰ ਕਿ ਜਿਹੜੇ ਡਰਪੋਕ ਇਨਸਾਨ ਨੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਨੇ। ਤਾਂ ਗਿਦੌਨ ਨੇ ਜਿਸ ਤਰ੍ਹਾਂ ਪਰਮੇਸ਼ਵਰ ਨੇ ਕਿਹਾ ਉਸੇ ਤਰ੍ਹਾਂ ਹੀ ਆਪਣੇ ਲੋਕਾਂ ਨੂੰ ਕਿਹਾ ਕਿ ਤੁਸੀਂ ਵਾਪਸ ਜਾ ਸਕਦੇ ਹੋ। ਗਿਦੌਨ ਨੇ ਬੋਲਿਆ ਕਿ ਤੁਸੀਂ ਅਗਰ ਤੁਹਾਡੇ ਵਿੱਚੋਂ ਕਈਆਂ ਨੂੰ ਡਰ ਲੱਗ ਰਿਹਾ ਤਾਂ ਉਹ ਆਪਣੇ ਘਰੇ ਵਾਪਸ ਜਾ ਸਕਦੇ ਹੋ। ਤਾਂ ਬਾਈਬਲ ਦੱਸਦੀ 22,000 ਲੋਕ ਉਹਨਾਂ ਦੇ ਵਿੱਚੋਂ ਵਾਪਸ ਚਲੇ ਗਏ। ਤਾਂ ਬਾਕੀ 10,000 ਲੋਕ ਗਿਦੌਨ ਦੇ ਵੱਲ ਰਹਿ ਗਏ। ਔਰ ਜਿਹੜੇ ਦੂਸਰੇ ਸੀ ਮਦਿਆਨੀ ਲੋਕ, ਉਹ 1,35,000 ਸੀ। ਤੇ ਗਿਦੌਨ ਦੇ ਵੱਲ ਕਿੰਨੇ ਰਹਿ ਗਏ? ਸਿਰਫ ਔਰ ਸਿਰਫ 10,000। ਫਿਰ ਪਰਮੇਸ਼ਵਰ ਨੇ ਕੀ ਕਿਹਾ? ਪਰਮੇਸ਼ਵਰ ਨੇ ਫਿਰ ਗਿਦੌਨ ਨੂੰ ਬੋਲਿਆ ਕਿ ਇਹ ਵੀ ਜ਼ਿਆਦਾ ਨਹੀਂ। ਅਸੀਂ ਸੋਚ ਸਕਦੇ ਹਾਂ ਕਿ ਗਿਦੌਨ ਉਦੋਂ ਆਪਣੇ ਅੰਦਰ, ਅਗਰ ਉਹਨੇ ਪਰਮੇਸ਼ਵਰ ਦੇ ਵਰਡ ਦੇ ਉੱਪਰ ਭਰੋਸਾ ਨਾ ਕੀਤਾ ਹੁੰਦਾ ਤਾਂ ਉਹਨੇ ਕਹਿਣਾ ਸੀ ਪਰਮੇਸ਼ਵਰ ਮੈਂ ਤਾਂ ਪੱਕਾ ਮਰਾਂਗਾ ਹੁਣ। ਉਧਰ 1,35,000 ਔਰ ਇੱਧਰ 10,000 ਰਹਿ ਗਏ ਨੇ, ਔਰ ਤੁਸੀਂ ਇਹਨਾਂ ਨੂੰ ਵੀ ਕਹਿ ਰਹੇ ਹੋ ਕਿ ਜ਼ਿਆਦਾ ਨੇ। ਤਾਂ ਪਰਮੇਸ਼ਵਰ ਨੇ ਕੀ ਬੋਲਿਆ? ਪਰਮੇਸ਼ਵਰ ਨੇ ਕਿਹਾ ਨਹੀਂ, ਤੂੰ ਇਸ ਤਰ੍ਹਾਂ ਕਰ, ਤੂੰ ਇਹਨਾਂ ਦੇ ਵਿੱਚੋਂ ਇਹਨਾਂ ਸਾਰਿਆਂ ਨੂੰ ਤੂੰ ਇੱਕ ਪਾਣੀ ਦੇ ਕੋਲ ਲੈ ਕੇ ਜਾ। ਆਪਾਂ ਇਸ ਵਚਨ ਨੂੰ ਜ਼ਰੂਰ ਪੜਾਂਗੇ, ਬਹੁਤ ਜ਼ਰੂਰੀ ਵਚਨ ਹੈ ਪੜ੍ਹਨਾ। ਪਰਮੇਸ਼ਵਰ ਕਹਿੰਦਾ ਮੈਂ ਉਹਨਾਂ ਦੀ ਕੀ ਕਰਾਂਗਾ? ਮੈਂ ਉਹਨਾਂ ਨੂੰ ਪਰਖਾਂਗਾ। ਕਹਿੰਦਾ ਤੂੰ ਉਹਨਾਂ ਨੂੰ ਪਾਣੀ ਦੇ ਕੋਲ ਲੈ ਕੇ ਜਾ। ਫਿਰ ਯਹੋਵਾ ਨੇ ਗਿਦੌਨ ਨੂੰ ਆਖਿਆ ਹਾਲੇ ਵੀ ਬਹੁਤ ਜ਼ਿਆਦਾ ਆਦਮੀ ਹਨ, ਬੰਦਿਆਂ ਨੂੰ ਪਾਣੀ ਦੇ ਕੋਲ ਲੈ ਕੇ ਜਾ। ਮੈਂ ਉੱਥੇ ਉਹਨਾਂ ਦੀ ਤੇਰੇ ਲਈ ਪਰਖ ਕਰਾਂਗਾ। ਜੇ ਮੈਂ ਆਖਾਂ ਇਹ ਬੰਦਾ ਤੇਰੇ ਨਾਲ ਜਾਵੇਗਾ, ਉਹ ਜਾਵੇਗਾ, ਪਰ ਜੇ ਮੈਂ ਆਖਾਂ ਇਹ ਬੰਦਾ ਤੇਰੇ ਨਾਲ ਨਹੀਂ ਜਾਵੇਗਾ ਤਾਂ ਉਹ ਨਹੀਂ ਜਾਵੇਗਾ। ਅਸੀਂ ਇੱਥੋਂ ਸਮਝ ਸਕਦੇ ਹਾਂ ਧਿਆਨ ਦੇ ਨਾਲ ਕਿ ਪਰਮੇਸ਼ਵਰ ਗਿਦੌਨ ਨੂੰ ਕੀ ਕਹਿ ਰਿਹਾ ਹੈ ਕਿ ਮੈਂ ਉੱਥੇ ਇਹਨਾਂ ਦਾ ਟੈਸਟ ਲਵਾਂਗਾ, ਔਰ ਜਿਨ੍ਹਾਂ ਨੂੰ ਮੈਂ ਸਿਲੈਕਟ ਕਰਾਂਗਾ ਉਹ ਤੇਰੇ ਨਾਲ ਜਾਣਗੇ, ਔਰ ਜਿਨ੍ਹਾਂ ਨੂੰ ਮੈਂ ਰਿਜੈਕਟ ਕਰਾਂਗਾ ਉਹ ਤੇਰੇ ਨਾਲ ਨਹੀਂ ਜਾਣਗੇ। ਮਤਲਬ ਗਿਦੌਨ ਤੇਰੀ ਕੋਈ ਮਰਜ਼ੀ ਨਹੀਂ ਹੋਏਗੀ, ਤੈਨੂੰ ਪੂਰੀ ਤਰ੍ਹਾਂ ਮੇਰੇ ਉੱਤੇ ਡਿਪੈਂਡ ਹੋਣਾ ਪਏਗਾ। ਅਗਰ ਅੱਜ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿੱਤੀਏ, ਬਿਮਾਰੀ ਹਾਰੇ, ਗਰੀਬੀ ਹਾਰੇ, ਅਸੀਂ ਜਿੱਤੀਏ, ਤਾਂ ਸਾਨੂੰ ਗਿਦੌਨ ਦੀ ਤਰ੍ਹਾਂ ਪਰਮੇਸ਼ਵਰ ਦੇ ਅੱਗੇ ਭਰੋਸਾ ਕਰਕੇ ਜਿਵੇਂ ਪਰਮੇਸ਼ਵਰ ਕਹਿ ਰਹੇ ਨੇ ਸਾਨੂੰ ਉਵੇਂ ਕਰਨ ਦੀ ਜ਼ਰੂਰਤ। ਅੱਜ ਅਸੀਂ ਦੇਖ ਸਕਦੇ ਕਿ ਕਿੱਦਾਂ ਪਰਮੇਸ਼ਵਰ ਨੂੰ ਕਹਿ ਰਹੇ ਕਿ ਜਿਹਨੂੰ ਮੈਂ ਸਿਲੈਕਟ ਕਰਾਂਗਾ ਉਹ ਤੇਰੇ ਲਈ ਸਿਲੈਕਟ ਆ, ਜਿਹਨੂੰ ਮੈਂ ਰਿਜੈਕਟ ਕਰਾਂਗਾ ਉਹ ਤੇਰੇ ਨਾਲ ਨਹੀਂ ਜਾਏਗਾ। ਤਾਂ ਗਿਦੌਨ ਪਰਮੇਸ਼ਵਰ ਦੀ ਮਰਜ਼ੀ ਨੂੰ ਸਵੀਕਾਰ ਕਰ ਰਿਹਾ ਹੈ। ਇਸ ਲਈ ਅੱਗੇ ਅਸੀਂ ਪੜਾਂਗੇ, ਇਸ ਲਈ ਗਿਦੌਨ ਆਪਣੇ ਸਾਰੇ ਆਦਮੀਆਂ ਨੂੰ ਪਾਣੀ ਵੱਲ ਲੈ ਗਿਆ। ਪਾਣੀ ਕੋਲ ਯਹੋਵਾ ਨੇ ਗਿਦੌਨ ਨੂੰ ਆਖਿਆ ਜਿਹੜਾ ਬੰਦਾ ਕੁੱਤੇ ਵਾਂਗ ਆਪਣੀ ਜੀਭ ਦੀ ਵਰਤੋਂ ਕਰਕੇ ਪਾਣੀ ਪੀਣ ਉਹਨਾਂ ਨੂੰ ਇੱਕ ਟੋਲੇ ਵਿੱਚ ਪਾਵੀਂ। ਜਿਹੜਾ ਬੰਦਾ ਗੋਡਿਆਂ ਭਾਰ ਝੁੱਕ ਕੇ ਪਾਣੀ ਪੀਣ ਉਹਨਾਂ ਨੂੰ ਦੂਸਰੇ ਟੋਲੇ ਵਿੱਚ ਪਾ ਦੇਵੀਂ। ਉੱਥੇ 300 ਬੰਦੇ ਜਏ ਸਨ ਜਿਨ੍ਹਾਂ ਨੇ ਹੱਥਾਂ ਵਿੱਚ ਪਾਣੀ ਭਰ ਕੇ ਜੀਭ ਨਾਲ ਪੀਤਾ ਤੇ ਬਾਕੀਆਂ ਨੇ ਗੋਡਿਆਂ ਭਾਰ ਝੁੱਕ ਕੇ ਪਾਣੀ ਪੀਤਾ। ਯਹੋਵਾ ਨੇ ਗਿਦੌਨ ਨੂੰ ਆਖਿਆ ਮੈਂ ਉਹਨਾਂ 300 ਬੰਦਿਆਂ ਦੀ ਵਰਤੋਂ ਕਰਾਂਗਾ ਜਿਨ੍ਹਾਂ ਨੇ ਕੁੱਤੇ ਵਾਂਗ ਜੀਭ ਨਾਲ ਪਾਣੀ ਪੀਤਾ। ਮੈਂ ਉਹਨਾਂ ਬੰਦਿਆਂ ਦੀ ਵਰਤੋਂ ਤੁਹਾਨੂੰ ਬਚਾਉਣ ਲਈ ਕਰਾਂਗਾ। ਯਹੋਵਾ ਪਰਮੇਸ਼ਵਰ ਕਹਿ ਰਹੇ ਕਿ ਇਹਨਾਂ 10,000 ਲੋਕਾਂ ਦੇ ਵਿੱਚੋਂ ਮੈਂ 300 ਬੰਦਿਆਂ ਦੀ ਚੋਣ ਕਰਦਾ ਹਾਂ। ਉਹ ਵੀ ਉਹ ਲੋਕ ਹੋਣਗੇ ਜਿਨ੍ਹਾਂ ਨੇ ਝੁੱਕ ਕੇ ਕੁੱਤੇ ਦੀ ਤਰ੍ਹਾਂ, ਮਤਲਬ ਜਿਨ੍ਹਾਂ ਨੇ
ਕੁੱਤੇ ਦੀ ਤਰ੍ਹਾਂ ਜੀਭ ਦੇ ਨਾਲ ਪਾਣੀ ਪੀਤਾ ਔਰ ਆਪਣੇ ਆਸ-ਪਾਸ ਪੂਰਾ ਧਿਆਨ ਰੱਖਿਆ, ਇੱਧਰ ਉੱਧਰ ਦਾ। ਮਤਲਬ ਕਿ ਜਿਹੜੇ ਚੁਕੰਨੇ ਸੀ, ਜਿਹੜੇ ਚੌਕਸ ਲੋਕ ਸੀ, ਜਿਹੜੇ ਇਸ ਤਰ੍ਹਾਂ ਦੇ ਨਹੀਂ ਸੀ ਕਿ ਪ੍ਰਭੂ ਦੇ ਵਚਨ ਨੂੰ ਸੁਣਦੇ ਤੇ ਬਸ ਉੱਥੇ ਜਾ ਕੇ ਫਿਰ ਗਿਦੌਨ ਨੂੰ ਡਰਾਉਂਦੇ, ਗਿਦੌਨ ਨੂੰ ਕਹਿੰਦੇ ਕਿ ਲੋ ਅੱਗੇ ਤਾਂ ਇੰਨੀ ਸੈਨਾ ਆ ਰਹੀ ਆ, ਅਸੀਂ ਤਾਂ ਬਿਲਕੁਲ ਥੋੜੇ ਆ, ਅਸੀਂ ਤਾਂ ਹਾਰ ਜਾਾਂਗੇ, ਅਸੀਂ ਤਾਂ ਏਦਾਂ। ਪਰਮੇਸ਼ਵਰ ਨੇ ਉਹਨਾਂ ਦੀ ਚੋਣ ਕੀਤੀ, ਜਿਹੜੇ ਚੌਕਸ ਲੋਕ ਸੀ, ਜਿਹੜੇ ਬਿਲਕੁਲ ਗਿਦੌਨ ਦੇ ਨਾਲ ਖੜੇ ਰਹਿਣ ਵਾਲੇ ਲੋਕ ਸੀ। ਪਰਮੇਸ਼ਵਰ ਨੇ ਉਹਨਾਂ ਦੀ ਚੋਣ ਕੀਤੀ ਕਿ ਜਿਹੜੇ ਉਸ ਸਮੇਂ ਸੈਨਾ ਨੂੰ ਦੇਖ ਕੇ ਡਰ ਨਾ ਜਾਣ, ਜਿਹੜੇ ਹਾਲਾਤ ਨੂੰ ਦੇਖ ਕੇ ਡਰ ਨਾ ਜਾਣ, ਜਿਹੜੇ ਖੁਦ ਤੇ ਕਮਜ਼ੋਰ ਆ ਬਲਕਿ ਗਿਦੌਨ ਨੂੰ ਵੀ ਕਮਜ਼ੋਰ ਨਾ ਕਰ ਦੇਣ, ਉਹਨੂੰ ਵੀ ਪਰਮੇਸ਼ਵਰ ਦੇ ਵਚਨ ਤੋਂ ਪਰੇ ਨਾ ਕਰ ਦੇਣ। ਪਰਮੇਸ਼ਵਰ ਚਾਹੁੰਦੇ ਆ ਕਿ ਇਨਸਾਨ ਅਗਰ ਜਿੱਤ ਚਾਹੁੰਦਾ ਹੈ ਤਾਂ ਉਹ ਬਸ ਖੜਾ ਰਹੇ, ਮੈਂ ਉਹਦੇ ਲਈ ਲੜਾਂਗਾ, ਮੈਂ ਉਹਨੂੰ ਜਿੱਤ ਦੇਵਾਂਗਾ। ਮਾਇਨੇ ਇਹ ਨਹੀਂ ਕਰਦਾ ਕਿ ਅੱਜ ਤੁਹਾਡੇ ਨਾਲ ਕੌਣ ਖੜਾ ਹੈ ਕੌਣ ਨਹੀਂ ਖੜਾ। ਅੱਜ ਮੇਨ ਚੀਜ਼ ਇਹ ਆ, ਮਾਇਨੇ ਇਹ ਕਰਦਾ ਹੈ ਕਿ ਤੁਸੀਂ ਖੜੇ ਹੋ। ਅਗਰ ਤੁਸੀਂ ਖੜੇ ਹੋ ਤਾਂ ਪਰਮੇਸ਼ਵਰ ਤੁਹਾਡੇ ਲਈ ਖੜਾ ਹੈ। ਪਰਮੇਸ਼ਵਰ ਤੁਹਾਡੇ ਲਈ ਲੋਕ ਖੜੇ ਕਰੇਗਾ, ਪਰਮੇਸ਼ਵਰ ਤੁਹਾਡੇ ਲਈ ਤੁਹਾਡੇ ਫੈਮਿਲੀ ਮੈਂਬਰਸ ਨੂੰ ਖੜੇ ਕਰੇਗਾ, ਰਿਸ਼ਤੇਦਾਰਾਂ ਨੂੰ ਖੜੇ ਕਰੇਗਾ। ਇਹ ਪਰਮੇਸ਼ਵਰ ਕਰੇਗਾ। ਤੁਸੀਂ ਖੜੇ ਹੋ ਤਦ ਪਰਮੇਸ਼ਵਰ ਤੁਹਾਡੇ ਲਈ ਸਭ ਕੁਝ ਕਰੇਗਾ। ਤਾਂ ਕੀ ਹੋਇਆ, ਪਰਮੇਸ਼ਵਰ ਨੇ ਉਸ 10,000 ਦੇ ਵਿੱਚੋਂ ਸਿਰਫ ਔਰ ਸਿਰਫ 300 ਬੰਦਿਆਂ ਦੀ ਚੋਣ ਕੀਤੀ, ਸਿਰਫ 300 ਬੰਦਿਆਂ ਦੀ। ਹੁਣ 300 ਬੰਦੇ 1,35,000 ਲੋਕਾਂ ਦੇ ਨਾਲ ਲੜਨ ਦੇ ਵਾਸਤੇ ਜਾ ਰਹੇ ਨੇ। ਸੋਚੋ ਕਿੱਦਾਂ ਦਾ ਵਿਸ਼ਵਾਸ ਹੋਏਗਾ ਉਸ ਇਨਸਾਨ ਦੇ ਅੰਦਰ। ਉਹਨੇ ਬਿਲਕੁਲ ਇਸੇ ਤਰ੍ਹਾਂ ਵਿਸ਼ਵਾਸ ਕੀਤਾ ਕਿ ਯਹੋਵਾ ਪਰਮੇਸ਼ਵਰ ਮੇਰੇ ਨਾਲ ਚੱਲ ਰਿਹਾ ਹੈ, ਮੇਰਾ ਪਰਮੇਸ਼ਵਰ ਮੈਨੂੰ ਇਕੱਲਾ ਨਹੀਂ ਛੱਡ ਰਿਹਾ, ਮੇਰੇ ਨਾਲ ਨਾਲ ਚੱਲ ਰਿਹਾ। ਅੱਗੇ ਅਸੀਂ ਖੁਦ ਪੜਾਂਗੇ, ਬਾਈਬਲ ਦੇ ਅੰਦਰ ਲਿਖਿਆ ਪਰਮੇਸ਼ਵਰ ਨੇ ਗਿਦੌਨ ਨੂੰ ਐਸੀ ਬੁੱਧੀ ਦਿੱਤੀ, ਐਸੀ ਸਮਝ ਦਿੱਤੀ ਕਿ ਉਹਨੇ ਉਸ ਜਗ੍ਹਾ ਤੇ ਜਾ ਕੇ, ਜਿਸ ਜਗ੍ਹਾ ਤੇ ਉਹ ਦੁਸ਼ਮਣ ਸੀ, ਜਿਹੜੀ ਸੈਨਾ ਸੀ, ਉਹਨੇ ਆਪਣੇ ਲੋਕਾਂ ਦੇ 10-10 ਟੋਲੇ ਬਣਾ ਕੇ ਆਲੇ ਦੁਆਲੇ ਸਾਰਿਆਂ ਨੂੰ ਉਸ ਜਗ੍ਹਾ ਤੇ ਖਿਲਾਰ ਦਿੱਤਾ। ਫਿਰ ਉਹਨੇ ਕਿਹਾ ਕਿ ਅਸੀਂ ਇਕੱਠੇ ਇੱਕ ਬਿਗਲ ਨੂੰ ਵਜਾਵਾਂਗੇ ਔਰ ਉਸ ਸਮੇਂ ਤੁਸੀਂ ਸਾਰਿਆਂ ਨੇ ਅਟੈਕ ਕਰਨਾ, ਤਾਂ ਕਿ ਉਹ ਸਾਰਿਆਂ ਨੂੰ ਪਤਾ ਲੱਗੇ ਕਿ ਸਾਡੇ ਤੇ 4 ਸਵੇਰੇ ਹੀ ਸੈਨਾ ਹੈ, ਪਤਾ ਨਹੀਂ ਕਿੰਨੀ ਕੁ ਸੈਨਾ ਸਾਡੇ ਉੱਤੇ ਚੜਾਈ ਕਰ ਗਈ ਆ। ਉਹ ਡਰ ਜਾਣਗੇ, ਉਹ ਸਹਿਮ ਜਾਣਗੇ। ਔਰ ਸੇਮ ਇਸੇ ਤਰ੍ਹਾਂ ਹੀ ਹੋਇਆ। ਬਾਈਬਲ ਦੱਸਦੀ ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਉਹ ਜਿਹੜੀ ਮਦਿਆਨੀ ਸੈਨਾ ਸੀ ਉਹ ਇੰਨਾ ਡਰ ਗਏ, ਇੰਨਾ ਸਹਿਮ ਗਏ। ਪਹਿਲਾਂ ਤਾਂ ਉਹਨਾਂ ਨੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਮਾਰਨਾ ਸਟਾਰਟ ਕਰ ਦਿੱਤਾ, ਫਿਰ ਉਸ ਤੋਂ ਬਾਅਦ ਉਹ ਉੱਥੋਂ ਦੌੜ ਗਏ। ਔਰ ਬਾਈਬਲ ਅਗਰ ਤੁਸੀਂ ਪੜ੍ਹੋਗੇ ਉਹਦੇ ਵਿੱਚ ਲਿਖਿਆ ਪਰਮੇਸ਼ਵਰ ਦੇ ਲੋਕਾਂ ਨੇ ਉਹਨਾਂ ਦਾ ਪਿੱਛਾ ਕੀਤਾ, ਯਾਨੀ ਕਿ 1,35,000 ਲੋਕ ਅੱਗੇ ਅੱਗੇ ਦੌੜ ਰਹੇ ਨੇ ਔਰ 300 ਲੋਕ ਉਹਨਾਂ ਨੂੰ ਦੌੜਾ ਰਹੇ ਨੇ। ਯਾਨੀ ਕਿ 1,35,000 ਲੋਕ 300 ਲੋਕਾਂ ਦੇ ਕੋਲੋਂ ਡਰ ਰਹੇ ਨੇ। ਯਾਨੀ ਕਿ ਦੁਸ਼ਮਣ, ਅਗਰ ਤੁਸੀਂ ਸਹੀ ਤਰੀਕੇ ਦੇ ਨਾਲ ਸਮਝੋ, ਪਰਮੇਸ਼ਵਰ ਜਿਵੇਂ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਕਿ ਦੁਸ਼ਮਣ ਤੁਹਾਡੇ ਅੱਗੇ ਅੱਗੇ ਹੋਏਗਾ ਔਰ ਤੁਸੀਂ ਦੁਸ਼ਮਣ ਦੇ ਪਿੱਛੇ ਉਹਨੂੰ ਦੌੜਾ ਰਹੇ ਹੋਗੇ। ਦੁਸ਼ਮਣ ਤੁਹਾਡੇ ਅੱਗੇ ਅੱਗੇ ਦੌੜੇਗਾ, ਬਲਕਿ ਉਹ ਤੁਹਾਨੂੰ ਨਹੀਂ ਦੌੜਾਏਗਾ, ਬਲਕਿ ਉਹ ਤੁਹਾਨੂੰ ਨਹੀਂ ਚਲਾਏਗਾ, ਤੁਸੀਂ ਉਹਨੂੰ ਚਲਾਓਗੇ, ਤੁਸੀਂ ਉਹਨੂੰ ਦੌੜਾਓਗੇ, ਤੁਸੀਂ ਉਹਨੂੰ ਆਪਣੀ ਲਾਈਫ ਤੋਂ ਆਊਟ ਕਰੋਗੇ, ਬਾਹਰ ਕਰੋਗੇ ਯਿਸੂ ਮਸੀਹ ਦੇ ਨਾਮ 'ਚ। ਅਗਰ ਤੁਹਾਨੂੰ ਸਮਝ ਆ ਗਈ, ਉਹਨਾਂ ਨੂੰ ਸਮਝ ਆ ਗਈ ਸੀ ਕਿ ਅਸੀਂ 300 ਨਹੀਂ ਆ, ਅਸੀਂ 300 ਨਹੀਂ ਆ। ਅਗਰ 1,35,000 ਸੈਨਾ ਜੋ ਸਾਡੀ ਵਿਰੋਧ 'ਚ ਖੜੀ ਹੋਈ ਹੈ ਤਾਂ ਇਸ ਤੋਂ ਡਬਲ ਪਰਮੇਸ਼ਵਰ ਦੇ ਦੂਤ ਸਾਡੇ ਵੱਲ ਖੜੇ ਨੇ, ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ ਇਹ ਲੜਾਈ ਤੁਹਾਡੀ ਨਹੀਂ ਹੈ, ਲੜਾਈ ਮੇਰੀ ਆ। ਔਰ ਇਸੇ ਤਰ੍ਹਾਂ ਹੀ ਹੋਇਆ। ਦੁਸ਼ਮਣ ਅੱਗੇ ਅੱਗੇ ਭੱਜ ਰਿਹਾ ਹੈ ਔਰ ਪਰਮੇਸ਼ਵਰ ਦੇ ਲੋਕ ਉਹਨੂੰ ਭਜਾ ਰਹੇ ਨੇ, ਪਰਮੇਸ਼ਵਰ ਦੇ ਲੋਕ ਉਹਨਾਂ ਨੂੰ ਕੱਢ ਰਹੇ ਨੇ। ਔਰ ਇਸੇ ਤਰ੍ਹਾਂ ਹੀ ਤੁਹਾਡੀ ਲਾਈਫ 'ਚ ਹੋਏਗਾ। ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਤੇ ਖੜੇ ਹੋ, ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਇਨਸਾਨ ਹੋ, ਤਾਂ ਪਰਮੇਸ਼ਵਰ ਦਾ ਵਾਅਦਾ ਹੈ, ਬੇਸ਼ੱਕ ਕੈਸੇ ਵੀ ਪਾਪ ਕਿਉਂ ਨਹੀਂ ਆ, ਕੈਸੇ ਵੀ ਗੁਨਾਹ ਕਿਉਂ ਨਹੀਂ, ਗਲਤੀਆਂ ਕਿਉਂ ਨਹੀਂ ਕੀਤੀਆਂ ਤੁਸੀਂ, ਅਗਰ ਤੁਸੀਂ ਫਿਰ ਤੋਂ ਇਸਰਾਇਲੀਆਂ ਦੀ ਤਰ੍ਹਾਂ ਹਜੇ ਤੌਬਾ ਕਰਦੇ ਹੋ, ਫਿਰ ਤੋਂ ਮਾਫੀ ਮੰਗਦੇ ਹੋ, ਫਿਰ ਪਰਮੇਸ਼ਵਰ ਨੂੰ ਕਹਿੰਦੇ ਹੋ, ਦੁਹਾਈ ਦਿੰਦੇ ਹੋ, ਪ੍ਰਭੂ ਸਾਨੂੰ ਛੁਡਾ, ਤਾਂ ਪਰਮੇਸ਼ਵਰ ਨੇ ਅੱਜ ਇਸ ਵਰਡ ਦੇ ਦੁਆਰਾ ਤੁਹਾਨੂੰ ਛੁਡਾ ਲਿਆ ਹੈ। ਅੱਜ ਪਰਮੇਸ਼ਵਰ ਇਸ ਵਰਡ ਨੂੰ ਤੁਹਾਨੂੰ ਪਰਮੇਸ਼ਵਰ ਨੇ ਦਿੱਤਾ, ਤੁਹਾਨੂੰ ਪਰਮੇਸ਼ਵਰ ਨੇ ਇੱਕ ਮੈਸੇਜ ਦਿੱਤਾ ਕਿ ਅੱਜ ਮੈਂ ਫਿਰ ਤੁਹਾਡੇ ਨਾਲ ਖੜਾ ਹਾਂ। ਮਤ ਡਰ, ਮੈਂ ਤੇਰੇ ਅੰਗ ਸੰਗ ਹਾਂ, ਨਾ ਡਰ ਨਾ ਘਬਰਾ, ਮੈਂ ਤੇਰੇ ਨਾਲ ਹਾਂ। ਪਰਮੇਸ਼ਵਰ ਨੇ ਕਿਹਾ
ਨਾ ਘਬਰਾ, ਮੈਂ ਤੇਰੇ ਨਾਲ ਹਾਂ। ਜਿਵੇਂ ਗਿਦੌਨ ਨੂੰ ਕਿਹਾ ਕਿ ਤੂੰ ਕੱਲਾ ਨਹੀਂ ਆ, ਮੈਂ ਤੇਰੇ ਨਾਲ ਜਾਵਾਂਗਾ। ਇਹ ਲੋਕ ਬਹੁਤ ਸਾਰੇ ਨੇ, ਅਗਰ ਇਹ ਲੜਨਗੇ ਜਿੱਤਣਗੇ। ਜਿੱਤਣਾ ਤਾਂ ਹੈ ਹੀ ਆ, ਕਿਉਂਕਿ ਮੈਂ ਕਹਿ ਦਿੱਤਾ ਹੈ ਕਿ ਮੈਂ ਲੜਾਂਗਾ, ਜਿੱਤ ਦਵਾਂਗਾ। ਬਾਅਦ ਵਿੱਚ ਇਹ ਕਮਾਂਡ ਕਰਨਗੇ ਕਿ ਨਹੀਂ ਜੀ, ਇਹ ਜਿੱਤ ਤਾਂ ਸਾਡੇ ਵੱਲੋਂ ਸੀ, ਇਹ ਤੇ ਸਾਡੀ ਤਾਕਤ ਦੇ ਨਾਲ ਹੋ ਗਿਆ। ਅੱਜ ਅਗਰ ਤੁਸੀਂ ਪਰਮੇਸ਼ਰ ਦੇ ਇਸ ਵਰਡ ਦੇ ਉੱਤੇ ਵਿਸ਼ਵਾਸ ਕਰਦੇ ਹੋ, ਤੁਸੀਂ ਬੇਸ਼ੱਕ ਇਕੱਲੇ ਹੋ, ਅੱਜ ਤੁਹਾਡੇ ਨਾਲ ਕੋਈ ਨਹੀਂ ਆ, ਤੁਸੀਂ ਇਕੱਲੇ ਹੋ, ਪਰਮੇਸ਼ਰ ਦੇ ਦੂਤ ਤੁਹਾਡੇ ਨਾਲ ਖੜਨਗੇ। ਪਰਮੇਸ਼ਰ ਦੇ ਦੂਤ ਉਹ ਲੋਕ ਹੋਣਗੇ ਜੋ ਪਰਮੇਸ਼ਰ ਦੇ ਦੂਤਾਂ ਦੇ ਵਾਂਗ ਤੁਹਾਡੇ ਨਾਲ ਖੜਨਗੇ। ਉਹ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਨੇ, ਮੁਹੱਲੇ ਵਾਲੇ ਹੋ ਸਕਦੇ ਨੇ, ਕੋਈ ਵੀ ਹੋ ਸਕਦੇ ਨੇ। ਪਰਮੇਸ਼ਰ ਖੜਾ ਕਰੇਗਾ, ਪਰਮੇਸ਼ਰ ਚੋਣ ਕਰੇਗਾ ਤੁਹਾਨੂੰ ਛੁਡਾਉਣ ਦੇ ਵਾਸਤੇ, ਤੁਹਾਨੂੰ ਤੁਹਾਡੀਆਂ ਬਿਮਾਰੀਆਂ ਤੋਂ, ਤੁਹਾਡੇ ਹਾਲਾਤਾਂ ਤੋਂ, ਤੁਹਾਡੀ ਗਰੀਬੀ ਤੋਂ ਬਾਹਰ ਕੱਢਣ ਦੇ ਵਾਸਤੇ। ਜਿਵੇਂ ਪਰਮੇਸ਼ਰ ਨੇ ਗਿਦੌਨ ਨੂੰ ਇਸਤੇਮਾਲ ਕੀਤਾ ਆਪਣੇ ਲੋਕਾਂ ਨੂੰ ਛੁਡਾਉਣ ਦੇ ਲਈ, ਮੂਸਾ ਨੂੰ ਇਸਤੇਮਾਲ ਕੀਤਾ, ਪਰਮੇਸ਼ਰ ਤੁਹਾਨੂੰ ਛੁਡਾਉਣ ਦੇ ਵਾਸਤੇ ਅੱਜ ਆਪਣੇ ਲੋਕਾਂ ਨੂੰ ਇਸਤੇਮਾਲ ਕਰ ਰਿਹਾ ਹੈ। ਸੇਮ ਅੱਜ ਉਸੇ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਇਸਤੇਮਾਲ ਕੀਤਾ ਤੁਹਾਨੂੰ ਛੁਡਾਉਣ ਦੇ ਵਾਸਤੇ। ਜਿੰਨੇ ਲੋਕ ਅੱਜ ਇਸ ਵਰਡ ਦੇ ਉੱਤੇ ਭਰੋਸਾ ਕਰਦੇ ਨੇ ਕਿ ਇਹ ਪਰਮੇਸ਼ਰ ਦੀ ਆਵਾਜ਼ ਆ, ਇਹ ਪਰਮੇਸ਼ਰ ਦਾ ਮੈਸੇਜ ਆ। ਜਿਵੇਂ ਗਿਦੌਨ 300 ਲੋਕਾਂ ਨੂੰ ਲੈ ਕੇ ਗਿਆ ਔਰ 1,35,000 ਲੋਕ ਉਹਦੇ ਅੱਗੇ ਅੱਗੇ ਦੌੜ ਰਹੇ ਸੀ। ਅੱਜ ਤੁਸੀਂ ਐਸੇ ਵੇਲੇ ਵਿਸ਼ਵਾਸ ਕਰੋ, ਹਰ ਉਹ ਸ਼ੈਤਾਨੀ ਆਤਮਾ, ਹਰ ਉਹ ਦੁਸ਼ਟ ਆਤਮਾ, ਹਰ ਉਹ ਵਿਰੋਧੀ ਦਾ ਆਤਮਾ ਜੋ ਤੁਹਾਡੇ ਘਰਾਣੇ ਦੇ ਵਿੱਚ ਕੰਮ ਕਰ ਰਿਹਾ, ਕਿਸੇ ਬਿਮਾਰੀ ਦੇ ਦੁਆਰਾ, ਕਿਸੇ ਵੀ ਪਰੇਸ਼ਾਨੀ ਦੁੱਖ ਦੇ ਦੁਆਰਾ, ਇਸੇ ਵੇਲੇ ਪਰਮੇਸ਼ਰ ਉਹੀ ਦੂਤਾਂ ਨੂੰ, ਉਹੀ ਗ੍ਰੇਸ ਨੂੰ ਜੋ ਗਿਦੌਨ ਦੀ ਲਾਈਫ ਦੇ ਅੰਦਰ ਸੀ, ਪਰਮੇਸ਼ਰ ਤੁਹਾਡੀ ਲਾਈਫ ਦੇ ਉੱਤੇ ਰਿਲੀਜ਼ ਕਰੇਗਾ। ਅੱਜ ਮੇਰਾ ਵਿਸ਼ਵਾਸ ਆ ਔਰ ਤੁਸੀਂ ਉਹਨੂੰ ਰਿਸੀਵ ਕਰ ਸਕਦੇ ਹੋ ਆਮੀਨ ਬੋਲ ਕੇ। ਔਰ ਤੁਸੀਂ ਦੇਖੋਗੇ, ਵੱਡੀਆਂ ਗਵਾਹੀਆਂ ਨੂੰ ਸ਼ੇਅਰ ਕਰੋਗੇ ਤੁਸੀਂ ਅੱਜ ਦੇ ਇਸ ਵਰਡ ਦੇ ਦੁਆਰਾ। ਤੁਸੀਂ ਗਵਾਹੀ ਨੂੰ ਭੇਜੋਗੇ ਕਿ ਪਰਮੇਸ਼ਰ ਨੇ ਸਾਨੂੰ ਇਸ ਵਰਡ ਦੇ ਦੁਆਰਾ ਆਜ਼ਾਦ ਕੀਤਾ ਹੈ। ਅੱਜ ਤੁਹਾਨੂੰ ਕਿਸੇ ਜਨ ਦੀ ਨਹੀਂ, ਅੱਜ ਤੁਹਾਨੂੰ ਪਰਮੇਸ਼ਰ ਦੀ ਜ਼ਰੂਰਤ ਆ। ਅੱਜ ਤੁਹਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਕਹਿ ਸਕਦਾ ਹੈ ਕਿ ਤੁਸੀਂ ਯਿਸੂ ਮਸੀਹ ਨੂੰ ਛੱਡ ਦਿਓ, ਅਸੀਂ ਤੁਹਾਡੀ ਹੈਲਪ ਕਰਾਂਗੇ। ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਛੱਡ ਦਿਓ, ਤੁਸੀਂ ਚਰਚ ਜਾਣਾ ਛੱਡ ਦਿਓ, ਅਸੀਂ ਤੁਹਾਡੀ ਸਪੋਰਟ ਕਰਾਂਗੇ। ਉਹ ਇਨਸਾਨ ਤੁਹਾਡੀ ਸਪੋਰਟ ਕਰ ਸਕਦਾ ਹੈ 1 ਵਾਰੀ, 2 ਵਾਰੀ, 3 ਵਾਰੀ, 10 ਵਾਰੀ, ਲੇਕਿਨ ਯਾਦ ਰੱਖੋ, ਅਗਰ ਤੁਸੀਂ ਅੱਜ ਪਰਮੇਸ਼ਰ ਦੀ ਸਪੋਰਟ ਚਾਹੁੰਦੇ ਹੋ ਤਾਂ ਪਰਮੇਸ਼ਰ ਸਾਰੀ ਜ਼ਿੰਦਗੀ ਤੁਹਾਡੀ ਸਪੋਰਟ ਕਰੇਗਾ ਔਰ ਤੁਹਾਨੂੰ ਮੁੜ ਵਾਪਸ ਇਸ ਚੀਜ਼ ਦਾ ਤਾਨਾ ਨਹੀਂ ਦੇਗਾ ਔਰ ਮੁੜ ਤੁਹਾਡੇ ਕੋਲੋਂ ਵਾਪਸ ਨਹੀਂ ਲਏਗਾ, ਬਲਕਿ ਤੁਹਾਨੂੰ ਬਲੈਸ ਕਰੇਗਾ, ਇੰਨਾ ਬਲੈਸ ਕਰੇਗਾ ਕਿ ਉਹ ਇਨਸਾਨ ਦੇਖਣਗੇ ਜਿਹੜੇ ਤੁਹਾਨੂੰ ਬੋਲਣਗੇ ਕਿ ਤੁਸੀਂ ਚਰਚ ਜਾਣਾ ਛੱਡ ਦਿਓ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਉਹ ਖੁਦ ਤੁਹਾਨੂੰ, ਤੁਹਾਡੀ ਬਲੈਸਿੰਗ ਉਹਨਾਂ ਨੂੰ ਵੀ ਛੁਡਾਏਗੀ ਯਿਸੂ ਮਸੀਹ ਦੇ ਨਾਮ 'ਚ, ਤੁਹਾਡੀ ਗਵਾਹੀ ਉਹਨਾਂ ਨੂੰ ਵੀ ਆਜ਼ਾਦ ਕਰੇਗੀ ਯਿਸੂ ਮਸੀਹ ਦੇ ਨਾਮ 'ਚ। ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੀ। ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦੀ ਹਰ ਇੱਕ ਜਨ ਜਿਹਨੇ ਇਸ ਵਚਨ ਨੂੰ ਗ੍ਰਹਿਣ ਕੀਤਾ, ਸੁਣਿਆ, ਪ੍ਰਭੂ ਜੀ ਤੁਹਾਡੀ ਗ੍ਰੇਸ ਉਹਨਾਂ ਦੇ ਜੀਵਨਾਂ ਦੇ ਅੰਦਰ ਕੰਮ ਕਰੇ ਮੇਰੇ ਸਾਮਰਥੀ ਪਿਤਾ। ਮੈਂ ਸੱਚਮੁੱਚ ਇਸ ਅਭਿਸ਼ੇਕ ਨੂੰ, ਇਸ ਮਸਾਂ ਨੂੰ ਰਿਲੀਜ਼ ਕਰਦੀ ਹਾਂ ਜੋ ਇਸ ਚਰਚ ਤੇ ਕੰਮ ਕਰ ਰਿਹਾ ਪ੍ਰਭੂ ਜੀ। ਹਰ ਇੱਕ ਬੰਧਨ ਟੁੱਟੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਰ ਇੱਕ ਦੁਸ਼ਟ ਆਤਮਾ ਇਹਨਾਂ ਦੀਆਂ ਬੋਡੀਆਂ ਨੂੰ ਛੱਡ ਕੇ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਹਰ ਰੋਗੀ ਇਸ ਆਵਾਜ਼ ਨੂੰ ਸੁਣਦੇ ਸਾਰ ਚੰਗਾ ਹੋ ਜਾਏ ਯਿਸੂ ਮਸੀਹ ਦੇ ਨਾਮ 'ਚ। ਰਸੋਲੀਆਂ, ਗਿਲਟੀਆਂ, ਪੱਥਰੀਆਂ ਔਨ ਦੀ ਸਪੋਟ ਯਿਸੂ ਮਸੀਹ ਦੇ ਨਾਮ 'ਚ ਇਹਨਾਂ ਬੋਡੀਆਂ ਨੂੰ ਛੱਡ ਕੇ ਜਾਣ। ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ, ਅਸੀਂ ਸਭ ਜਣੇ ਪ੍ਰਾਰਥਨਾ ਕਰਾਂਗੇ, ਆਪਣੇ ਮਨਾਂ ਦੇ ਅੰਦਰ ਤੌਬਾ ਕਰਾਂਗੇ, ਮਾਫੀ ਮੰਗਾਂਗੇ ਪਰਮੇਸ਼ਰ ਦੇ ਕੋਲੋਂ। ਪਰਮੇਸ਼ਰ ਅੱਜ ਦਾ ਵਚਨ ਸਾਨੂੰ ਆਜ਼ਾਦ ਕਰੇ, ਬਲੈਸ ਕਰੇ। ਅੱਜ ਦਾ ਵਚਨ ਸਾਡੇ ਜੀਵਨਾਂ ਦੇ ਅੰਦਰ 100 ਗੁਣਾ ਫਲ ਲੈ ਕੇ ਆਏ। ਕੋਈ ਵੀ ਅੰਧਕਾਰ ਦੀ ਸ਼ਕਤੀ ਇਸ ਵਚਨ ਨੂੰ ਚੁਰਾ ਨਾ ਸਕੇ। ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ।